ਰਾਜਸਥਾਨ ਦੀ ਧਰਤੀ 'ਤੇ ਆ 1700 ਸਾਲ ਪੁਰਾਣਾ ਕਿਲ੍ਹਾ, ਜਿਹੜਾ ਭਾਰਤ ਦੇ ਸਭ ਤੋਂ ਪੁਰਾਣੇ ਕਿਲ੍ਹਿਆਂ ਦੇ ਵਿੱਚੋਂ ਇੱਕ ਆ ਜਾਂਦਾ ਹੈ। ਇਹ ਜਿੰਨਾ ਹੀ ਵੱਡਾ ਹੈ ਨਾ, ਇਤਿਹਾਸ ਇਹਦਾ ਉਸ ਤੋਂ ਵੀ ਵਿਸ਼ਾਲ ਆ। ਅਤੇ ਜਿੰਨਾ ਉੱਚਾ ਹੈ ਨਾ, ਇਹ ਧਰਤੀ ਤੋਂ ਤਕਰੀਬਨ 100 ਫੁੱਟ ਉੱਚਾ ਬਣਿਆ। ਅੱਜ ਤੁਹਾਨੂੰ ਇਹਦੇ ਅੰਦਰ ਮਲਬਾ ਦੇਖ ਕੇ ਹੀ ਅੰਦਾਜ਼ਾ ਹੋ ਜਾਣਾ ਕਿ ਕਿੰਨੀਆਂ ਸਦੀਆਂ ਦਾ ਇਤਿਹਾਸ ਸਮਾਈ ਬੈਠਾ ਹੈ। ਦੇਖਿਓ ਤੇ ਸ਼ੇਅਰ ਕਰਿਓ ਭਾਰਤ ਦੀ ਅਮੀਰ ਵਿਰਾਸਤ ਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਬਹੁਤ ਪੁਰਾਣਾ ਕਿਲ੍ਹਾ ਵਿਖਾਉਣਾ। ਤਕਰੀਬਨ ਭਾਰਤ ਦਾ ਸਭ ਤੋਂ ਪੁਰਾਣਿਆਂ ਕਿਲ੍ਹਿਆਂ ਦੇ ਵਿੱਚ ਇਹ ਕਿਲ੍ਹਾ ਗਿਣਿਆ ਗਿਆ। ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚ ਹਾਂ, ਪਟਨੇਰ ਕਿਲ੍ਹੇ ਦੇ ਵਿੱਚ। ਇਹ ਸਮੇਂ ਕਹਿ ਲਿਆ ਕਿ ਉਸ ਸਮੇਂ ਪੁਰਾਣੇ ਜ਼ਮਾਨੇ 'ਚ ਬਣਾਇਆ ਗਿਆ ਸੀ। ਤਕਰੀਬਨ 1700-1800 ਸਾਲ ਪਹਿਲਾਂ ਇਹ ਉਸ ਸਮੇਂ ਦਾ ਬਣਿਆ ਹੋਇਆ ਕਿਲ੍ਹਾ ਵਾ ਇਹ। ਅਤੇ ਤੁਹਾਨੂੰ ਮੈਂ ਦੱਸ ਦੇਂ ਵੀ ਕਿਸੇ ਸਮੇਂ ਮਿੱਟੀ ਦਾ ਬਣਿਆ ਹੁੰਦਾ ਸੀਗਾ। ਅਤੇ ਇਹ ਤਕਰੀਬਨ 57 ਵਿਘਿਆਂ ਦੇ ਵਿੱਚ ਫੈਲਿਆ ਹੋਇਆ ਵਾ। ਅਤੇ ਜਿਹੜੇ ਆ ਮੈਂ ਬੁਰਜ 'ਤੇ ਖੜ੍ਹਾ, ਇਹ ਜੇ 52-53 ਬੁਰਜ ਹੁੰਦੇ ਸੀ ਇਸ ਕਿਲ੍ਹੇ ਦੇ। ਅਤੇ ਬਹੁਤ ਖੂਬਸੂਰਤ ਕਿਲ੍ਹਾ ਵਾ। ਇੱਥੇ ਮਹਿਮੂਦ ਗਜ਼ਨਵੀ ਹੁਣਾਂ ਨੇ ਵੀ ਹਮਲਾ ਕੀਤਾ। ਇਹ ਤੁਹਾਨੂੰ ਦੱਸਦਿਆਂ ਵੀ ਧਰਤੀ ਦੇ ਸਮਤਲ ਤੋਂ 100 ਫੁੱਟ ਦੀ ਉਚਾਈ 'ਤੇ ਬਣਿਆ ਦੱਸਿਆ ਜਾਂਦਾ। ਕਿਹਾ ਜਾਂਦਾ ਵੀ ਕਿਸੇ ਸਮੇਂ ਇੱਥੇ ਕੁਸ਼ਾਣਾਂ ਦੀ ਸੱਭਿਅਤਾ ਵੀ ਹੁੰਦੀ ਸੀ। ਜਦੋਂ ਇੱਥੇ ਖੁਦਾਈ ਹੋਈ ਤਾਂ ਇੱਥੋਂ ਦਾ ਰਾਜਾ ਹੁੰਦਾ ਸੀਗਾ ਹੁਵਿਸ਼ਕ। ਉਹਦਾ ਇੱਥੋਂ ਤਾਂਬੇ ਦਾ ਸਿੱਕਾ ਵੀ ਲੱਭਿਆ, ਮਤਲਬ ਕਿ ਬਹੁਤ ਪੁਰਾਣਾ ਵਾ। ਇੱਥੇ ਨਾਲ ਕਿਸੇ ਸਮੇਂ ਘੱਗਰ ਦਰਿਆ ਵੀ ਖਹਿ ਕੇ ਲੰਘਦਾ ਹੁੰਦਾ ਸੀ। ਘੱਗਰ ਦਰਿਆ ਦੇ ਕਿਨਾਰੇ 'ਤੇ ਬਣਿਆ ਸੀ। ਅਤੇ ਜਦੋਂ ਕੁਸ਼ਾਣਾਂ ਦਾ ਯੁੱਗ ਸੀ ਤਾਂ ਉਸ ਸਮੇਂ ਸਰਸਵਤੀ ਨਦੀ ਵੀ ਕਿਸੇ ਸਮੇਂ ਇੱਥੋਂ ਦੀ ਲੰਘਦੀ ਰਹੀ ਆ। ਅਤੇ ਤੁਹਾਨੂੰ ਪਤਾ ਹੀ ਆ ਕਿ ਦਰਿਆ ਆਪਣੀ ਚਾਲ ਹਮੇਸ਼ਾ ਬਦਲਦੇ ਰਹਿੰਦੇ ਆ। ਅੱਜ ਜਿੱਥੇ ਵਗਦਾ ਤਾਂ ਕੁਝ ਸਮੇਂ ਬਾਅਦੋਂ, ਕੁਝ ਸਦੀਆਂ ਬਾਅਦੋਂ ਕਿਸੇ ਹੋਰ ਦਿਸ਼ਾ 'ਚ ਵਗਦਾ ਹੋਊਗਾ। ਇਹ ਕੋਈ ਵੱਡੀ ਗੱਲ ਨਹੀਂ। ਅਤੇ ਕਿਉਂਕਿ ਇਹ ਦਰਿਆ ਜਿਹੜਾ ਹੁੰਦਾ, ਕਿਲ੍ਹਾ ਹੁੰਦਾ ਨਾ, ਇਹ ਬਹੁਤ ਸੁਰੱਖਿਅਤ ਕਿਲ੍ਹਿਆਂ ਵਿੱਚ ਮੰਨਿਆ ਗਿਆ ਵਾ। ਪੂਰ ਲੰਘਦਾ ਹਮਲਾ ਵੀ ਇਸ ਕਿਲ੍ਹੇ ਦੇ ਉੱਤੇ ਹੋਇਆ ਸੀ। ਉਹਨੇ ਆਪਣੀ ਸਵੈ ਜੀਵਨੀ 'ਚ ਲਿਖਿਆ ਕਿ ਭਾਰਤ ਦੇ ਸਭ ਤੋਂ ਸੁਰੱਖਿਅਤ ਅਤੇ ਮਜ਼ਬੂਤ ਕਿਲ੍ਹਿਆਂ ਵਿੱਚ ਗਿਣਿਆ ਜਾਂਦਾ ਸੀ। ਤਕਰੀਬਨ ਕਿਹਾ ਜਾਂਦਾ ਵੀ ਬਠਿੰਡਾ ਅਤੇ ਪਟਨੇਰ ਇਹ 100 ਫੁੱਟ ਦੀ ਦੂਰੀ 'ਤੇ ਨੇ। ਅਤੇ ਇੱਥੋਂ ਦੀ ਕਹਿੰਦੇ ਇੱਕ ਸੁਰੰਗ ਵੀ ਜਾਂਦੀ ਸੀ, ਅਤੇ ਜਮਾਂ ਨਮੂਨਾ ਵੀ ਉਹੀ ਆ। ਮਤਲਬ ਇਸ ਕਿਲ੍ਹੇ 'ਚੋਂ ਉਸ ਕਿਲ੍ਹੇ 'ਚ ਜਾਇਆ ਜਾ ਸਕਦਾ ਸੀ, ਇਹ ਕਿਹਾ ਜਾਂਦਾ ਵਾ। ਅਤੇ ਦੂਜੀ ਗੱਲ ਤੁਹਾਨੂੰ ਮੈਂ ਦੱਸਦੇ ਹਾਂ ਵੀ ਕਿਲ੍ਹੇ ਦਾ ਹੂਬਹੂ ਨਮੂਨਾ ਬਠਿੰਡੇ ਦੇ ਕਿਲ੍ਹੇ ਦੇ ਨਾਲ ਮਿਲਦਾ ਜੁਲਦਾ ਵਾ। ਅਤੇ ਇੱਥੇ ਬਹੁਤ ਸਾਰੇ ਹਮਲਾਵਰ ਆਏ। ਅੱਜ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਿਹਨੇ ਇਹਦੇ 'ਤੇ ਹਮਰਾਜ ਕੀਤਾ ਅਤੇ ਕਿਹਨੇ ਇਹਨੂੰ ਲੁੱਟਿਆ ਅਤੇ ਕਿਹਨੇ ਤੋੜ ਭੰਨ ਕੀਤੀ ਅਤੇ ਮੌਜੂਦਾ ਹਾਲਤ ਕੀ ਆ। ਜੋ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਦਰਸ਼ਕੋ, ਇਹ ਤੁਹਾਨੂੰ ਦੱਸਦਾ ਵੀ ਰਾਜਾ ਭੂਪਤ ਨੇ ਬਣਾਇਆ ਸੀਗਾ। ਭਾਟੀ ਰਾਜਾ ਸੀਗਾ। ਭਾਟੀਆਂ ਦਾ ਵੀ ਇੱਥੇ ਕਬਜ਼ਾ ਰਿਹਾ ਵਾ। ਤਕਰੀਬਨ 286 ਈਸਵੀ ਦੇ ਵਿੱਚ ਇਹ ਕਿਲ੍ਹਾ ਬਣਿਆ ਸੀ। ਇਹ ਕਹਿ ਸਕਦੇ ਹਾਂ ਇੱਕ ਮੇਨ ਗੇਟ ਆ। ਇੱਕ ਗੇਟ ਉੱਧਰਲੇ ਪਾਸੇ ਪਹਿਲਾ ਗੇਟ ਪੈਂਦਾ, ਉਸ ਤੋਂ ਬਾਅਦ ਇਹ ਗੇਟ ਆਉਂਦਾ ਵਾ। ਇਹ ਵੀ ਬਹੁਤ ਸੁਰੱਖਿਆ ਪੱਖੋਂ ਮਜ਼ਬੂਤ ਸੀਗਾ ਅਤੇ ਬਹੁਤ ਵੱਡਾ ਆਕਾਰ। ਤੁਸੀਂ ਗੇਟ ਵੇਖੋਗੇ ਉਹਦੇ ਕਿੱਲ ਕੁੱਲ ਬਹੁਤ ਜ਼ਿਆਦਾ ਲੱਗੇ ਹੋਏ ਆ। ਜੋ ਮੈਂ ਇਸਨੂੰ ਨਾਲ ਦੀ ਨਾਲ ਵਿਖਾ ਦਿਆਂ। ਇਹ ਤੁਹਾਨੂੰ ਦੱਸਦਾ ਵੀ ਪਾਰਿਕ ਅਤੇ ਐਰਨ ਇਹ ਕਿਲ੍ਹਿਆਂ ਦੀਆਂ ਸ਼੍ਰੇਣੀਆਂ ਹੁੰਦੀਆਂ, ਉਸ 'ਚ ਗਿਣਿਆ ਜਾਂਦਾ। ਐਰਨ ਉਹ ਹੁੰਦਾ ਵੀ ਜਿਹਦੇ ਚਾਰੇ ਪਾਸੇ ਖਾਈਆਂ ਹੋਣ, ਵੀ ਪਾਰ ਕਰਨਾ ਸੌਖਾ ਨਾ ਹੋਵੇ, ਉਹਨੂੰ ਐਰਨ ਕਹਿੰਦੇ। ਅਤੇ ਪਾਰਿਕ ਹੁੰਦਾ ਜਿਹਦੇ ਪਾਸੇ ਬਹੁਤ ਸਾਰੇ ਜੰਗਲ ਹੋਣ, ਵੀ ਉਹ ਚਾਰੇ ਪਾਸੇ ਜੰਗਲਾਂ ਅਤੇ ਦਰਿਆਵਾਂ 'ਚ ਘਿਰਿਆ ਹੋਇਆ ਇਹ ਕਿਲ੍ਹਾ ਸੀਗਾ। ਆਹ ਵੇਖੋ ਵੀ ਕਿੱਡੇ ਕਿੱਡੇ ਮਜ਼ਬੂਤ ਗੇਟ ਲੱਗੇ ਆ ਲੋਹੇ ਦੇ, ਅਤੇ ਕਿੱਲ ਬਹੁਤ ਵੱਡੇ ਲੱਗੇ ਆ। ਕਿਸੇ ਸਮੇਂ ਜਦੋਂ ਇੱਥੇ ਹਮਲੇ ਹੁੰਦੇ ਸੀ ਤਾਂ ਇੱਕਦਮ ਆਕਰਮਣ ਕੀਤਾ ਜਾਂਦਾ ਸੀ। ਅਤੇ ਇਸੇ ਗੇਟ 'ਤੇ ਵੀ ਬਹੁਤ ਤਸ਼ੱਦਦ ਅਤੇ ਲਹੂ ਲੁਹਾਨ ਅਤੇ ਕਤਲੇਆਮ ਹੁੰਦਾ ਰਿਹਾ ਵਾ। ਤੁਹਾਨੂੰ ਮੈਂ ਦੱਸ, ਤੈਮੂਰ ਲੰਘਦੇ ਸਮੇਂ 'ਤੇ ਉਸ ਸਮੇਂ ਦਾ ਹੀ ਬਣਿਆ ਹੋਇਆ ਕਿਲ੍ਹਾ ਵਾ। ਤੁਹਾਨੂੰ ਮੈਂ ਦੱਸਦਾ ਵੀ ਆਹ ਵੇਖੋ, ਉਸ ਸਮੇਂ ਦੀਆਂ ਇਮਾਰਤਾਂ ਹਜੇ ਵੀ ਸਲਾਮਤ ਨੇ। ਬਹੁਤ ਸਮਾਂ ਹੋ ਗਿਆ ਇਹਨੂੰ, ਅਤੇ ਹਜੇ ਵੀ ਆਪਦੀ ਚੜ੍ਹਦੀ ਕਲਾ ਦੇ ਵਿੱਚ ਹੀ ਆ। ਤਕਰੀਬਨ 1700-1800 ਸਾਲ ਕੋਈ ਥੋੜ੍ਹਾ ਨਹੀਂ ਹੁੰਦਾ। ਇਹ ਭਾਟੀ ਰਾਜਾ ਨੇ ਬਣਵਾਇਆ ਸੀਗਾ। ਉਸ ਤੋਂ ਬਾਅਦ ਰਠੌਰਾਂ ਕੋਲ ਵੀ ਰਿਹਾ ਕਿਲ੍ਹਾ। ਯਦੂਵੰਸ਼ੀ ਸੀ, ਜਿਹੜੇ ਭਾਟੀ ਸੀ ਨਾ, ਯਦੂਵੰਸ਼ੀ ਅਖਵਾਉਂਦੇ ਆ, ਉਹਨਾਂ ਕੋਲ ਵੀ ਰਿਹਾ ਵਾ। ਮਹਿਮੂਦ ਗਜ਼ਨਵੀ ਕੋਲੇ ਵੀ ਰਿਹਾ ਵਾ। ਜੇ ਸਾਰੀਆਂ ਗੱਲਾਂ ਹੋਣੀਆਂ ਨੇ, ਆਹ ਵਿਖਾ ਦਾਂ ਤੁਹਾਨੂੰ ਵੀ ਹਜੇ ਤੱਕ ਵੀ ਪਿੱਲਰ ਖੜ੍ਹੇ ਨੇ, ਕਿਸੇ ਪਾਸੇ ਡਿੱਗੇ ਨਹੀਂ। ਚੂਨੇ ਅਤੇ ਛੋਟੀ ਇੱਟ ਦੇ ਨਾਲ ਬਣਿਆ ਹੋਇਆ ਵਾ। ਸਭ ਤੋਂ ਪਹਿਲਾਂ ਇਹ ਕੱਚਾ ਹੀ ਹੁੰਦਾ ਸੀਗਾ, ਉਸ ਤੋਂ ਬਾਅਦ ਇਹਨੂੰ ਪੱਕਾ ਕੀਤਾ ਗਿਆ ਸੀ। ਦਰਸ਼ਕੋ, ਇਸੇ ਸਮੇਂ ਨਾ ਇਸ ਕਿਲ੍ਹੇ ਦੇ ਉੱਤੇ ਗਜ਼ਨੀ ਵੀ ਹਮਲਾ ਕਰਦੇ ਰਹੇ ਸੀਗੇ। ਗਜ਼ਨੀਆਂ ਨੇ ਵੀ ਭੂਪਤ 'ਤੇ ਹਮਲਾ ਕਰਤਾ ਸੀ, ਅਤੇ ਭੂਪਤ ਰਾਜਾ ਭੱਜ ਕੇ ਇਸ ਏਰੀਏ 'ਤੇ ਆ ਗਿਆ ਸੀ। ਕਿਉਂਕਿ ਜਿਹੜਾ ਭੂਪਤ ਭਾਟੀਆਂ ਦਾ ਰਾਜ ਸੀ, ਲਾਹੌਰ ਤੱਕ ਵੀ ਹੁੰਦਾ ਸੀ। ਲਾਹੌਰੋਂ ਇੱਧਰ ਆ ਗਿਆ ਸੀ ਅਤੇ ਇਸ ਪਹਿਲਾਂ ਤੋਂ ਬਣਾਏ ਹੋਏ ਕਿਲ੍ਹੇ 'ਚ ਆ ਕੇ ਰਹਿਣ ਲੱਗ ਗਿਆ ਸੀਗਾ। ਗਜ਼ਨੀ ਤੋਂ ਸ਼ਾਸਕ ਸਿਰਫ ਮਹਿਮੂਦ ਗਜ਼ਨੀ ਨਹੀਂ ਆਇਆ, ਹੋਰ ਵੀ ਬਹੁਤ ਸਾਰੇ ਆਏ ਨੇ। ਅਤੇ ਆਹ ਦੇਖੋ ਵੀ ਇਸ ਵਕਤ ਕਿਲ੍ਹੇ ਦੀ ਰਿਪੇਅਰ ਚੱਲ ਰਹੀ ਆ। ਬੜੇ ਚੰਗੇ ਤਰੀਕੇ ਨਾਲ ਸਾਂਭਿਆ ਹੋਇਆ ਕਿਲ੍ਹਾ ਦੇਖੋ, ਸਾਂਭ ਰਹੇ ਆ, ਕਿਉਂਕਿ ਡਾਟਾਂ ਉਖੜ ਚੁੱਕੀਆਂ ਸੀ, ਪਰ ਫਿਰ ਵੀ ਉਹਨੂੰ ਸਾਂਭਣ ਦਾ ਯਤਨ ਕੀਤਾ ਗਿਆ ਵਾ। ਅਤੇ ਉਸੇ ਤਰੀਕੇ ਨਾਲ ਤੁਸੀਂ ਵੇਖੋਗੇ ਬਹੁਤ ਉਚਾਈ ਆ। ਮੈਂ ਕਹਿੰਦਾ ਵੀ 2-4 ਵਾਰੀ ਤੁਸੀਂ ਚੜ੍ਹ ਉੱਤਰ ਕੇ ਆਏ ਤਾਂ ਤੁਹਾਡਾ ਕਹਿੰਦਾ ਹਾਜ਼ਮਾ ਜਮਾਂ ਸੈੱਟ ਹੋ ਸਕਦਾ ਵਾ। ਮਤਲਬ ਐਥਲੀਟ ਬੰਦੇ ਦਾ ਕੰਮ ਹੀ ਆ ਕਿਲ੍ਹਿਆਂ 'ਚ ਜਾਣਾ। ਅਤੇ ਆਹ ਵੇਖੋ ਉਸ ਸਮੇਂ ਦੇ ਹੀ ਬਣੇ ਹੋਏ ਆ ਸਾਰੇ ਇਹ। ਤੁਹਾਨੂੰ ਮੈਂ ਦੱਸਦੇ ਹਾਂ ਵੀ ਜਿੰਨੇ ਵੀ ਹਮਲਾਵਰ ਗਜ਼ਨੀ ਤੋਂ ਆਉਂਦੇ ਸੀ ਨਾ, ਉਹ ਜਾਂ ਤਾਂ ਆਉਂਦੇ ਸੀਗੇ ਮਤਲਬ ਲਾਹੌਰ, ਮੁਲਤਾਨ, ਪਟਨੇਰ,
ਤੇ ਉਸ ਤੋਂ ਬਾਅਦ ਉਹ ਦਿੱਲੀ ਜਾਂਦੇ ਸੀ। ਮਤਲਬ ਜਿਹਨੇ ਵੀ ਦਿੱਲੀ ਤੇ ਕਬਜ਼ਾ ਕਰਨਾ ਉਹਨੂੰ ਇਸ ਪਾਸਿਓਂ ਦੀ ਹੀ ਆਉਣਾ ਪੈਂਦਾ ਸੀਗਾ। ਮਤਲਬ ਮੱਧ ਏਸ਼ੀਆ ਦੇ ਵਿੱਚ ਹਮਲਾਵਰ ਸਾਰੇ ਇਸ ਰਸਤਿਓਂ ਹੀ ਆਉਂਦੇ ਸੀ ਤੇ ਇਸੇ ਤਰੀਕੇ ਨਾਲ ਉਹਨਾਂ ਦਾ ਮੱਥਾ ਇਸੇ ਥਾਂ ਤੇ ਲੱਗਦਾ ਸੀਗਾ, ਜਾਂ ਤਾਂ ਬਠਿੰਡੇ ਵਾਲੇ ਕਿਲੇ ਨਾਲ ਮੱਥਾ ਲੱਗਦਾ ਸੀ ਜਾਂ ਫਿਰ ਇੱਥੇ ਪਟਨੇਰ ਦੇ ਕਿਲੇ ਨਾਲ ਇੱਥੇ ਟੱਕਰ ਚੱਲਦੀ ਸੀ। ਮਤਲਬ ਕਿ ਹਜ਼ਾਰਾਂ ਹੀ ਯੁੱਧ ਇਸ ਕਿਲੇ ਦੇ ਵਿੱਚ ਹੋਏ ਆ ਤੇ ਹਜ਼ਾਰਾਂ ਹੀ ਰਾਣੀਆਂ ਨੇ ਇੱਥੇ ਆਪਦੀ ਜੌਹਰ ਦੀ ਰਸਮ ਕੀਤੀ ਆ। ਤੇ ਜੌਹਰ ਦੀ ਰਸਮ ਉਹ ਹੁੰਦੀ ਸੀ ਵੀ ਜਦੋਂ ਪਤਾ ਵੀ ਆਫਤ ਆ ਗਈ ਸਿਰ ਤੇ ਤੋ ਰਾਣੀਆਂ ਆਪਦੇ ਆਪ ਨੂੰ ਖਤਮ ਕਰ ਲੈਂਦੀਆਂ ਸੀ। ਜੌਹਰ ਵੀ 2 ਕਿਸਮ ਦਾ ਹੁੰਦਾ ਸੀ, ਇੱਕ ਅੱਗ ਲਾ ਲੈਣੀ, ਇੱਕ ਜਾਂ ਪਾਣੀ 'ਚ ਛਾਲ ਮਾਰ ਜਾਣੀ। ਮਤਲਬ ਇਸ ਕਿਸਮ ਦੇ ਨਾਲ ਆਪਦਾ ਜੀਵਨ ਖਤਮ ਕਰ ਲੈਂਦੀਆਂ ਸੀ ਰਾਣੀਆਂ। ਤੇ ਇੱਥੇ ਇਸੇ ਸਥਾਨ ਤੇ ਵੀ ਬਹੁਤ ਸਾਰੇ ਜੌਹਰ ਹੋਏ ਨੇ। ਦਰਸ਼ਕੋ ਵੀ ਜਿਹੜਾ ਇਹ ਕਿਲਾ ਪਟਨੇਰ ਦਾ ਨਾ ਕਿਹਾ ਜਾਂਦਾ ਵੀ 1001 ਦੇ ਵਿੱਚ ਇੱਥੇ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਸੀਗਾ ਤੇ ਉਹਨੇ ਬਹੁਤ ਸਾਰੇ ਇਸ ਕਿਲੇ ਨੂੰ ਜਿੱਤ ਲਿਆ। ਤਾਰੀਖ-ਏ ਹਿੰਦ ਦੇ ਅਨੁਸਾਰ ਉਹਨੇ ਕਿਲਾ ਜਿੱਤ ਲਿਆ ਸੀ। ਕੁਝ ਸਰੋਤਾਂ ਦੇ ਅਨੁਸਾਰ ਕਿਹਾ ਜਾਂਦਾ ਵੀ 1005 ਦੇ ਵਿੱਚ ਹਮਲਾ ਹੋਇਆ। ਚਲੋ ਥੋੜਾ ਬਹੁਤ ਅੰਤਰ ਇੱਧਰ ਹੋ ਸਕਦਾ। ਤੇ ਦੂਜੀ ਗੱਲ ਦੱਸਦੇ ਵੀ ਇਸ ਕਿਲੇ ਦੇ ਉੱਤੇ ਨਾ ਭਾਟੀ ਵਿਜੇ ਰਾਜ ਹੁੰਦਾ ਸੀ, ਭਾਟੀ ਰਾਜਾ। ਉਹਨਾਂ ਨੇ ਵਿਜੇ ਰਾਜ ਨੂੰ ਹਰਾਤਾ ਸੀਗਾ ਕਿਉਂਕਿ ਵਿਜੇ ਰਾਜ ਨੇ ਆਪਦੇ ਆਪ ਖੰਜਰ ਮਾਰ ਕੇ ਆਪਦੀ ਹੱਤਿਆ ਕਰ ਲਈ ਸੀਗੀ। ਤੇ ਉਸ ਤੋਂ ਬਾਅਦ 1022 ਦੇ ਵਿੱਚ ਉਹਦਾ ਮੁੰਡਾ ਗੱਦੀ ਤੇ ਬੈਠਿਆ ਸੀ ਤੇ ਜਦੋਂ ਮਹਿਮੂਦ ਗਜ਼ਨਵੀ ਹਮਲਾ ਕਰਕੇ ਵਾਪਸ ਜਾ ਰਿਹਾ ਸੀ ਤਾਂ ਉਹਨੇ ਫਿਰ ਜਾਂਦੇ ਜਾਂਦੇ ਨੇ ਭਾਰਤੀਆਂ ਨੂੰ ਕਿਲਾ ਫਿਰ ਵਾਪਸ ਵੀ ਕਰਤਾ ਸੀ। ਇਹ ਕਿਲਾ ਇੱਕ ਨਾ ਪਹਿਰੇਦਾਰ ਦਾ ਕੰਮ ਵੀ ਕਰਦਾ ਸੀ ਕਿਉਂਕਿ ਘੱਗਰ ਦਰਿਆ ਲੱਗਦਾ ਸੀਗਾ, ਹੋਰ ਬਹੁਤ ਸਾਰੇ ਸਾਧਨ ਸੀਗੇ ਜਿਹਦੇ ਨਾਲ ਹਮਲਾਵਰ ਰੋਕੇ ਜਾਂਦੇ ਸੀ। ਤੇ ਇੱਕ ਇਹ ਕਹਿ ਸਕਦੇ ਆ ਕਿ ਚੁੰਗੀ ਤੇ ਚੌਂਕੀ ਦਾ ਕੰਮ ਕਰਦਾ ਸੀਗਾ। ਜਿਹੜੇ ਵੀ ਤੁਹਾਨੂੰ ਪਤਾ ਵਪਾਰੀ ਹੁੰਦੇ ਆ ਉਹ ਕਾਬਲ, ਮੁਲਤਾਨ, ਲਾਹੌਰੋਂ ਇੱਧਰੋਂ ਆਉਂਦੇ ਹੋਏ ਗਾਂਹ ਜਾਣਾ ਹੁੰਦਾ ਸੀ ਤਾਂ ਉਹ ਇਸ ਥਾਂ ਤੇ ਉੱਤੇ ਖੜ ਕੇ ਉਹਨਾਂ ਤੋਂ ਟੈਕਸ ਵਸੂਲਦੇ ਸੀਗੇ ਮਨਮਾਨਾ। ਇਸ ਕਰਕੇ ਭਾਰਤੀ ਰਾਜਿਆਂ ਨੂੰ ਬਹੁਤ ਸਾਰੀ ਆਮਦਨ ਹੋ ਜਾਂਦੀ ਸੀ ਇਸ ਕਿਲੇ ਦੇ ਵਿੱਚੋਂ। ਮਤਲਬ ਚੰਗਾ ਪ੍ਰਬੰਧ ਸੀਗਾ। ਇਸੇ ਤਹਿਤ ਹੀ ਬਹੁਤ ਵੱਡਾ ਕਿਲਾ ਉਹਨਾਂ ਨੇ ਰਿਪੇਅਰ ਵੀ ਕਰਵਾਇਆ ਤੇ ਹੁਣ ਇਸ ਵਕਤ ਤੁਹਾਨੂੰ ਮੈਂ ਦੱਸ ਦਿਆਂ ਵੀ ਬਹੁਤ ਵੱਡੇ ਵੱਡੇ ਟਿੱਬੇ ਲੱਗੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਭਾਂਤ ਦੀਆਂ ਇੱਟਾਂ ਵੀ ਨਿਕਲਦੀਆਂ, ਜਿੱਥੋਂ ਪਤਾ ਲੱਗਦਾ ਵੀ ਸਮੇਂ-ਸਮੇਂ ਦੇ ਸ਼ਾਸਕਾਂ ਨੇ ਸਮੇਂ-ਸਮੇਂ ਤੇ ਦੀ ਰਿਪੇਅਰ ਕਰਾਈ। ਦੂਜੀ ਗੱਲ ਵੀ ਉਹਨਾਂ ਦੇ ਇੱਟਾਂ ਦੇ ਆਕਾਰ ਤੋਂ ਪਤਾ ਲੱਗਦਾ ਵੀ ਇੱਟਾਂ ਦੀ ਕਲਾਕ੍ਰਿਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਆਉਂਦਾ ਰਿਹਾ ਵਾ। ਇੱਥੇ ਦੇਖੋਗੇ ਤੁਸੀਂ ਬਹੁਤ ਪੁਰਾਣੇ ਰੁੱਖ ਨੇ, ਜੰਡ ਵੀ ਹੈਗਾ ਪੁਰਾਣਾ, ਵਣ ਦਾ ਰੁੱਖ ਵੀ ਹੈਗਾ ਪੁਰਾਣਾ ਤੇ ਹੋਰ ਕਈ ਕਿਸਮ ਦੇ ਕਰੀਰ ਵੀ ਲੱਗੇ ਹੋਏ ਨੇ। ਮਤਲਬ ਭਾਂਤ ਦੇ ਰੁੱਖ ਲੱਗੇ ਹੋਏ ਆ ਇਸ ਧਰਤੀ ਦੇ ਉੱਤੇ। ਮਤਲਬ ਪੁਰਾਣਾ ਹੀ ਬਣਿਆ ਹੋਇਆ ਘਰ ਆ ਕਿਲਾ ਇਹ। ਇੱਥੇ ਸ਼ਿਵ ਦਾ ਮੰਦਿਰ ਵੀ ਦੱਸਿਆ ਜਾਂਦਾ ਤੇ ਹਨੂਮਾਨ ਦਾ ਮੰਦਿਰ ਵੀ ਦੱਸਿਆ ਜਾਂਦਾ ਵਾ। ਪੁਰਾਤਨ ਸਮਿਆਂ ਤੋਂ ਹੀ ਬਣੇ ਹੋਏ ਮੰਦਿਰ ਨੇ ਉਹਨਾਂ ਵੇਲਿਆਂ ਦੇ ਵਿੱਚ ਹੀ। ਤੇ ਅੱਜ ਆਪਾਂ ਇਹ ਸਾਰੀ ਗੱਲਬਾਤ ਆਪਾਂ ਦੇਖਣੀ ਸਮਝਣੀ ਆ। ਇਤਿਹਾਸ ਬਹੁਤ ਤਕੜਾ ਇਸ ਕਿਲੇ ਦਾ। ਦਰਸ਼ਕੋ ਵੀ ਤੁਸੀਂ ਵੇਖੋਗੇ ਕਿ ਉਹ ਕਿੱਥੋਂ ਤੱਕ ਆਕਾਰ 'ਚ ਫੈਲਿਆ ਹੋਇਆ ਕਿਲਾ ਵਾ। ਉਦੋਂ ਗਾਂ ਸ਼ਹਿਰ ਬਹੁਤ ਥੱਲੇ ਰਹਿ ਜਾਂਦਾ। ਮੈਨੂੰ ਤਾਂ ਲੱਗਦਾ ਵੀ 100 ਤੋਂ ਵੀ ਵੱਧ ਮੱਤ ਫੁੱਟ ਉੱਚਾ ਹੋਊਗਾ ਇਹ। ਤਕਰੀਬਨ 150-200 ਫੁੱਟ ਦੀ ਉਚਾਈ ਦੇ ਉੱਤੇ ਹੋਵਾਂਗੇ। ਵੀ ਸ਼ਹਿਰ ਦੀਆਂ ਵੱਡੀਆਂ ਵੱਡੀਆਂ ਤਿੰਨ ਮੰਜ਼ਲੀਆਂ ਇਮਾਰਤਾਂ ਇੱਥੋਂ ਨੀਵੀਆਂ ਨਜ਼ਰ ਆਉਂਦੀਆਂ ਨੇ। ਤੇ ਇੱਥੇ ਦੱਸਦੇ ਵੀ ਇੱਥੇ ਬਹੁਤ ਸਾਰੀਆਂ ਖਿੱਪਰੀਆਂ, ਰੋਡ, ਇੱਟਾਂ ਖਿਲਰੇ ਪਏ ਨੇ। ਤੁਹਾਨੂੰ ਵੀ ਦਿਖਾ ਦਿਆਂ ਵੀ ਇਹ ਕਿਸੇ ਸਮੇਂ ਬਹੁਤ ਕੰਧਾਂ ਰਹੀਆਂ। ਕੱਲੀਆਂ 4 ਦੀਵਾਰੀ, ਇਸ ਵਕਤ 4 ਦੀਵਾਰੀ ਆ, 4 ਦੀਵਾਰੀ ਹੀ ਨਹੀਂ ਸੀ ਰਹੀ। ਇਹਦੇ ਅੰਦਰ ਬਹੁਤ ਖੂਬਸੂਰਤ ਮਹੱਲ ਰਹੇ ਆ ਕਿਉਂਕਿ ਇਹ ਵੱਡੇ ਵੱਡੇ ਰਾਜਿਆਂ ਦਾ ਕਬਜ਼ਾ ਰਿਹਾ। ਆਜੋ ਮੈਂ ਥੱਲੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦਾ। ਇੱਥੇ ਬਹੁਤ ਸਾਰੇ ਭਾਂਤ ਦੀਆਂ ਇੱਟਾਂ ਪਈਆਂ ਨੇ। ਆਹ ਦੇਖੋ ਸਾਰੀਆਂ ਨਿੱਕੀਆਂ ਇੱਟਾਂ ਜਿਹਨਾਂ ਨੂੰ ਲਖੌਰੀ ਇੱਟ ਵੀ ਕਹਿ ਦਿੰਦੇ ਆ ਤਾਂ ਬਾਦਸ਼ਾਹੀ ਇੱਟ ਵੀ ਕਹਿ ਦਿੰਦੇ ਆ ਤੇ ਆਪਣੇ ਪੰਜਾਬ 'ਚ ਇਹਨੂੰ ਭਦੌੜੀ ਇੱਟ ਕਹਿ ਦਿੰਦੇ ਆ। ਹੁਣ ਭਦੌੜੀ ਇੱਟ ਇੱਥੇ ਤਾਂ ਆਉਣ ਨਹੀਂ ਲੱਗੀ, ਉਹ ਆਪਣੇ ਲੋਕਾਂ ਦੀ ਇੱਕ ਲੋਕਲ ਜ਼ੁਬਾਨ 'ਚ ਕਹਿ ਦਿੰਦੇ ਆ। ਪਰ ਆਹ ਦੇਖੋ ਵੀ ਇੱਥੇ ਆਹ ਬਹੁਤ ਪਹਾੜੀ ਕਿੱਕਰਾਂ ਬਹੁਤ ਉੱਗੀਆਂ ਹੋਈਆਂ ਨੇ ਇੱਥੇ। ਆਹ ਦੇਖੋ ਕਿੱਡੀਆਂ ਨਿਉਆਂ। ਮਤਲਬ ਆਹ ਵੀ ਕੰਧਾਂ ਇੱਥੇ ਕੱਢੀਆਂ ਹੋਈਆਂ ਵਾ। ਮਤਲਬ ਬਹੁਤ ਇੱਥੇ ਕਤਲੇਆਮ ਹੁੰਦਾ ਰਿਹਾ ਵਾ। ਤੈਮੂਰ ਲੰਘ ਦਾ ਨਾਂ ਜ਼ਿਆਦਾ ਆਉਂਦਾ ਵੀ ਉਹਨੇ ਕਿਲੇ ਨੂੰ ਜਮਾਂ ਹੀ ਢਾਤਾ ਸੀਗਾ। ਤੇ ਇੱਕ ਤੁਹਾਨੂੰ ਮੈਂ ਦਿਖਾ ਦਿਆਂ ਇੱਥੇ ਆਹ ਵਣ ਦਾ ਰੁੱਖ ਆ ਜਿਹੜਾ ਕਿਸੇ ਸਮੇਂ ਪੰਜਾਬ ਦਾ ਜੱਦੀ ਰੁੱਖ ਹੁੰਦਾ ਸੀਗਾ। ਇਹਨੂੰ ਪੀਲਾਂ ਜੀਆਂ ਲੱਗਦੀਆਂ ਹੁੰਦੀਆਂ ਸੀ। ਇਹ ਪੁਰਾਣਾ ਰੁੱਖ ਆ ਯਾਰ ਜਮਾਂ ਹੀ। ਇਹ ਮਤਲਬ ਸਾਨੂੰ ਰਾਜਸਥਾਨ 'ਚ ਮਿਲ ਜਾਂਦਾ ਦੇਖਣ ਨੂੰ। ਤੇ ਕਿਸੇ ਸਮੇਂ ਯਾਰ ਇਹ ਵੀ ਤਾਂ ਪੰਜਾਬ ਦਾ ਹਿੱਸਾ ਹੀ ਰਿਹਾ, ਕਿਸੇ ਸਮੇਂ ਬਹੁਤ ਵੱਡੇ ਆਕਾਰ ਦੇ ਵਿੱਚ ਹੁੰਦਾ ਸੀ। ਤੇ ਹੁਣ ਇੱਥੇ ਇੱਟਾਂ ਬਚੀਆਂ ਨੇ। ਕਿਲਾ ਵੀ ਬਹੁਤ ਖੂਬਸੂਰਤ ਆ, ਬਹੁਤ ਦੂਰ ਤੱਕ ਫੈਲਿਆ ਹੋਇਆ ਵਾ। ਦਰਸ਼ਕੋ ਤੁਹਾਨੂੰ ਦੱਸਦਾ ਵੀ 12ਵੀਂ ਸਦੀ ਦੇ ਵਿੱਚ ਇੱਥੇ ਮਤਲਬ ਗੁਲਾਮ ਵੰਸ਼ ਦਾ ਵੀ ਰਾਜ ਰਿਹਾ ਸੀਗਾ। ਇੱਥੇ ਮਤਲਬ ਕਹਿ ਸਕਦੇ ਮੁਹੰਮਦ ਗੌਰੀ ਨੇ ਕੁਤਬਦੀਨ ਐਬਕ ਨੂੰ ਇੱਥੋਂ ਦਾ ਗਵਰਨਰ ਥਾਪਿਆ ਸੀ ਤੇ ਉਹਦੇ ਨਾਲ ਇੱਕ ਹੋਰ ਹੁੰਦਾ ਸੀ ਕਵਾਚਾ। ਉਹਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਵੀ ਕੁਤਬਦੀਨ ਐਬਕ ਦੇ ਅਧੀਨ ਇਹ ਹੋਵੇ ਤਾਂ ਉਹਨੇ ਕੀ ਕੀਤਾ ਸੀਗਾ, ਹਮਲਾ ਕਰਕੇ ਸਰਸਾ, ਪਟਨੇਰ, ਬਠਿੰਡਾ ਇਹ ਏਰੀਏ ਦੇ ਉੱਤੇ ਕਵਾਚਾ ਨੇ ਕਬਜ਼ਾ ਕਰ ਲਿਆ ਸੀ। ਕਵਾਚਾ ਤੋਂ ਬਾਅਦ ਫਿਰ ਉਸ ਤੋਂ ਬਾਅਦ ਹੁੰਦਾ ਬਲਬਨ ਦਾ ਚਚੇਰਾ ਭਰਾ ਸੀਗਾ ਸ਼ੇਰ ਖਾਂ, ਉਹਦਾ ਵੀ ਇੱਥੇ ਕਬਜ਼ਾ ਰਿਹਾ। ਸ਼ੇਰ ਖਾਂ ਨੇ ਇਸ ਕਿਲੇ ਦੀ ਮੁਰੰਮਤ ਕਰਾਈ ਸੀ ਤੇ ਸ਼ੇਰ ਖਾਂ ਦੀ ਮੌਤ ਤੋਂ ਬਾਅਦ ਜਲਾਲਉদ্ਦੀਨ ਉਹ ਦੇ ਵੰਸ਼ਜ ਸਾਦਤ ਦਾ ਵੀ ਕਬਜ਼ਾ ਰਿਹਾ ਵਾ। ਮਤਲਬ ਕਿ ਬਹੁਤ ਸਾਰੇ ਲੋਕਾਂ ਦਾ ਕਬਜ਼ਾ ਰਿਹਾ। ਇੱਥੋਂ ਤੱਕ ਕਿ ਰਜੀਆ ਸੁਲਤਾਨ ਦਾ ਵੀ ਕਬਜ਼ਾ ਰਿਹਾ ਇਸ ਕਿਲੇ ਦੇ ਉੱਤੇ। ਤੇ ਰਜੀਆ ਸੁਲਤਾਨ ਮੈਂ ਕਹਿੰਦਾ ਵੀ ਪਹਿਲੀ
ਔਰਤ ਸੀ ਜਿਹੜੀ ਮੈਂ ਕਹਿੰਦਾ ਸ਼ਾਸਕ ਬਣੀ ਸੀਗੀ। ਤੇ ਕਿਉਂਕਿ ਇਸਲਾਮ ਦੇ ਵਿੱਚ ਕਹਿ ਸਕਦੇ ਹਾਂ ਕਿ ਪਹਿਲੀ ਔਰਤ ਕਹਿ ਸਕਦੇ ਹਾਂ ਵੀ ਉਹਨੂੰ ਜਿਹਨੇ ਨੇ ਇਸ ਥਾਂ ਤੇ ਵੀ ਰਾਜ ਕੀਤਾ ਸੀ, ਬੇਸ਼ੱਕ ਭਾਵੇਂ ਉਹ ਥੋੜਾ ਚਿਰ ਰਾਜ ਕੀਤਾ। ਦਰਸ਼ਕੋ ਵੀ 1388 ਦੇ ਵਿੱਚ ਫਿਰੋਜ਼ ਤੁਗਲਕ ਦਿੱਲੀ ਦਾ ਬਾਦਸ਼ਾਹ ਹੁੰਦਾ ਸੀ, ਉਹ ਪੂਰਾ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਉਹਦੇ ਗੱਦੀ ਨਸ਼ੀਨ ਆਪਸ ਵਿੱਚ ਲੜਨ ਲੱਗ ਪਏ ਸੀਗੇ। ਉਸ ਲੜਾਈ ਦਾ ਫਾਇਦਾ ਚੱਕ ਕੇ ਭਾਟੀ ਰਾਜਿਆਂ ਨੇ ਫਿਰ ਇਸ ਕਿਲੇ ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਹਜੇ ਕਬਜ਼ਾ ਹੋਇਆ ਹੀ ਸੀ ਕਿ 6 ਨਵੰਬਰ 1398 ਦੇ ਵਿੱਚ ਤੈਮੂਰ ਲੰਗ ਨੇ ਹਮਲਾ ਕਰਤਾ। ਉਹ ਸਮਰਕੰਦ ਦਾ ਰਹਿਣ ਵਾਲਾ ਸੀ ਤੇ ਉਹਦੇ ਸੱਟ ਵੱਜੀ ਕਰਕੇ ਪੈਰ ਤੋਂ ਲੰਗੜਾ ਕੇ ਚੱਲਦਾ ਹੁੰਦਾ ਸੀ, ਉਹਨੂੰ ਤੈਮੂਰ ਲੰਗ ਕਹਿੰਦੇ ਸੀਗੇ। ਤੇ ਉਹਨੇ ਫਿਰ ਆ ਕੇ ਇੱਥੇ ਹਮਲਾ ਕੀਤਾ। ਉਹ ਲੜਾਈ ਦਾ ਕਾਰਨ ਇਹ ਸੀ ਕਿ ਜਿਹੜਾ ਤੈਮੂਰ ਲੰਗ ਦਾ ਗਵਰਨਰ ਸੀ, ਉਹਦਾ ਇੱਕ ਦੁਸ਼ਮਣ ਹੁੰਦਾ ਸੀ। ਉਸ ਦੁਸ਼ਮਣ ਨੂੰ ਇੱਥੋਂ ਦੇ ਰਾਜੇ ਕੇਲਨ ਨੇ ਤਰਜੀਹ ਦਿੱਤੀ ਸੀ, ਭਾਈ ਤੂੰ ਮੇਰੇ ਕੋਲੇ ਰਹਿ। ਤਾਂ ਉਸੇ ਚੱਕਰ ਦੇ ਵਿੱਚ ਦੁਸ਼ਮਣੀ ਰੱਖਦਾ ਸੀ, ਇਸੇ ਤਹਿਤ ਇੱਥੇ ਹਮਲਾ ਕੀਤਾ ਗਿਆ। ਤਕਰੀਬਨ ਲੜਾਈ ਚੱਲੀ ਗਈ, 7 ਦਿਨ ਡਟ ਕੇ ਮੁਕਾਬਲਾ ਕੀਤਾ ਰਾਜੇ ਕੇਲਨ ਨੇ। ਰਾਜੇ ਕੇਲਨ ਦਾ ਰਾਜ ਤਕਰੀਬਨ ਬਹੁਤ ਹੁੰਦਾ ਸੀਗਾ, ਸਿੰਧ ਤੋਂ ਲੈ ਕੇ ਇੱਧਰ ਪੰਜਾਬ ਕਾਫੀ ਦੂਰ ਤੱਕ ਫੈਲਿਆ ਹੋਇਆ ਸੀ। ਲੜਾਈ ਹੋਈ ਗਈ, ਪਰ ਜਦੋਂ ਰਾਜੇ ਨੇ ਸੋਚਿਆ ਵੀ ਹੁਣ ਮੇਰੀ ਹਾਰ ਤੈਅ ਆ, ਤਾਂ ਉਹਨੇ 3 ਵਾਰੀ ਤੈਮੂਰ ਲੰਗ ਨੂੰ ਸੁਨੇਹਾ ਘੱਲਿਆ ਵੀ ਭਾਈ ਰਾਜੀਨਾਮਾ ਕਰ ਲਈਏ, ਆਪਾਂ ਸ਼ਾਂਤੀ ਸਮਝੌਤਾ ਕਰ ਲਈਏ, ਪਰ ਤੈਮੂਰ ਲੰਗ ਨਹੀਂ ਮੰਨਿਆ। ਉਸ ਤੋਂ ਬਾਅਦ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਕੈਲਨ ਰਾਜੇ ਨੇ ਕੀ ਕੀਤਾ ਕਿ ਆਪਦੀਆਂ ਰਾਣੀਆਂ ਦੇ ਨੂੰ ਕਿਹਾ ਵੀ ਤੁਸੀਂ ਜੌਹਰ ਕਰ ਲਓ। ਜੌਹਰ ਦੀ ਰਸਮ ਤੁਹਾਨੂੰ ਮੈਂ ਪਹਿਲਾਂ ਦੱਸੀ ਹੋਈ ਆ। ਉਸ ਤੋਂ ਬਾਅਦ ਫਿਰ 10,000 ਜਿਹੜੀ ਫੌਜ ਸੀਗੀ, ਗੇਟ ਖੁੱਲੇ ਵੱਡੇ ਉਹਨਾਂ ਨੇ ਤਾਂ ਬਾਹਰ ਨਿਕਲ ਗਏ। ਬਾਹਰ ਨਿਕਲ ਕੇ ਮਤਲਬ ਲੜਦੇ ਲੜਦੇ ਸ਼ਹਾਦਤਾਂ ਪ੍ਰਾਪਤ ਕਰ ਗਏ ਸੀਗੇ। ਤੇ ਉਸ ਤੋਂ ਬਾਅਦ ਫਿਰ ਤੈਮੂਰ ਲੰਗ ਕਿਲੇ 'ਚ ਐਂਟਰ ਹੋਇਆ ਤਾਂ ਉਹਨੇ ਬਹੁਤ ਜ਼ਿਆਦਾ ਕਤਲੇਆਮ ਕੀਤਾ ਅੰਦਰ, ਤੇ ਕਿਲੇ ਨੂੰ ਜਮਾ ਹੀ ਮਿਟਾ ਕੇ ਧਰਤਾ ਸੀਗਾ। ਇਹ ਉਸ ਸਮੇਂ ਦਾ ਹਾਲ ਸੀ, ਮਤਲਬ ਢੱਠਾ ਹੋਇਆ। ਉਸ ਸਮੇਂ ਦੀਆਂ ਇੱਟਾਂ ਤੋੜੀਆਂ ਹੋਈਆਂ, ਹੋ ਸਕਦਾ ਉਸ ਸਮੇਂ ਦੀ ਗਵਾਹ ਹੋਣ, ਕਿਉਂਕਿ ਹਜ਼ਾਰਾਂ ਹੀ ਖਿਪਰੀਆਂ, ਹਜ਼ਾਰਾਂ ਹੀ ਇੱਟਾਂ, ਮਤਲਬ ਥਾਂ ਥਾਂ ਤੇ ਕੋਈ ਇਹੋ ਜਿਹੀ ਥਾਂ ਨਹੀਂ ਲੱਭੂਗੀ ਜਿੱਥੇ ਮਤਲਬ ਕਦੇ ਟਨਾਂ ਦੇ ਹਿਸਾਬ ਦੇ ਨਾਲ ਯਾਰ ਕਦੇ ਭੰਨ ਤੋੜ ਕੀਤਾ ਹੋਇਆ ਸਮਾਨ ਮਿਲੂਗਾ। ਇੱਕ ਨਾ ਇੱਥੇ ਲੋਕਾਂ ਦੀ ਆਸਥਾ ਵੀ ਬਹੁਤ ਆ। ਤੁਸੀਂ ਆ ਵੇਖੋਗੇ ਕਿ ਥੱਲੇ ਪੱਤਿਆਂ ਦੇ ਉੱਤੇ ਆਦੇ ਪੁਰਖਿਆਂ ਦੇ ਮਤਲਬ ਕਿ ਸ਼ਾਇਦ ਪਿੱਤਰਾਂ ਦੀ ਸੇਵਾ ਦੇ ਲਈ ਖੀਰ ਰੋਟੀ ਉੱਤੇ ਸਬਜ਼ੀ ਪਾ ਕੇ ਇੱਦਾਂ ਰੱਖੀ ਹੋਈ ਆ। 1 2 3 4 5 ਮਤਲਬ 5 ਰੱਖੀਆਂ ਹੋਈਆਂ, ਮਤਲਬ ਕਿਤੇ 7 ਵੀ ਆ। ਜਾਂ ਤਾਂ ਉਹਨਾਂ ਦੇ ਜਿੰਨੇ ਪੁਰਖੇ ਹੋਣਗੇ ਉਸ ਹਿਸਾਬ ਤੇ ਰੱਖਿਆ, ਜਾਂ ਕੋਈ ਹੋਰ ਮਨੌਤ ਹੋਊਗੀ। ਇਸੇ ਤਹਿਤ ਇੱਥੇ ਲੋਕ ਪੂਜਾ ਵੀ ਕਰਨ ਆਉਂਦੇ ਆ। ਤੇ ਇਹ ਕਿਲਾ ਵੀ ਮੈਂ ਕਹਿੰਦਾ ਵੀ ਕਮਾਲ ਦਾ ਕਿਲਾ ਵਾ, ਭਾਰਤ ਦੇ ਸਭ ਤੋਂ ਪੁਰਾਣਿਆਂ ਕਿਲਿਆਂ ਦੇ ਵਿੱਚ ਆਉਂਦਾ ਵਾ। ਸਵੈ ਜੀਵਨੀ ਤੁਹਾਨੂੰ ਦੱਸਿਆ ਵੀ ਤੈਮੂਰ ਲੰਗ ਨੇ ਲਿਖੀ ਸੀਗੀ, ਤੁਜ਼ਕੇ ਤੈਮੂਰੀ, ਉਹਦੇ ਵਿੱਚ ਲਿਖਿਆ ਸੀ ਵੀ ਇਹ ਭਾਰਤ ਦਾ ਸਭ ਤੋਂ ਮਜ਼ਬੂਤ ਕਿਲਾ ਸੀਗਾ। ਤੇ ਇੱਥੇ ਬਾਅਦ ਸਮੇਂ ਤੋਂ ਉਹ ਰਾਜੇ ਆਉਂਦੇ ਗਏ, ਜਾਂਦੇ ਗਏ ਤੇ ਕਬਜ਼ੇ ਹੁੰਦੇ ਗਏ। 1527 ਈਸਵੀ 'ਚ ਰਠੌਰਾਂ ਦੇ ਨਾਂ ਬੋਲਦਾ ਸੀ ਇਹੀ ਕਿਲਾ। ਫਿਰ ਕੀ ਹੋਇਆ ਕਿ ਕਾਮਰਾਨ ਨੇ ਉਹਨਾਂ ਤੋਂ ਖੋਹ ਲਿਆ। ਫਿਰ ਰਠੌਰ ਕਾਫੀ ਟਾਈਮ ਇਸ ਕਿਲੇ ਤੋਂ ਦੂਰ ਰਹੇ। ਫਿਰ ਸਾਰਿਆਂ ਨੇ ਇਕੱਠੇ ਕੁੱਠੇ ਹੋ ਕੇ ਜ਼ੋਰ ਲਾਇਆ। 1549 ਈਸਵੀ ਦੇ ਵਿੱਚ ਫਿਰ ਰਠੌਰਾਂ ਕੋਲ ਚਲਿਆ ਗਿਆ ਸੀ ਇਹ ਕਿਲਾ। ਇੱਕ ਤੁਹਾਨੂੰ ਇਸੇ ਕਿਲੇ ਨਾਲ ਜੁੜੀ ਇੱਕ ਹੋਰ ਕਹਾਣੀ ਦੱਸਦਾ ਕਿ ਅਕਬਰ ਦਾ ਜਦੋਂ ਸ਼ਾਸਨ ਸੀ ਨਾ, ਉਦੋਂ ਸ਼ਾਹੀ ਖਜ਼ਾਨਾ ਲਈ ਆਉਂਦੇ ਸੀਗੇ, ਕਸ਼ਮੀਰ ਤੋਂ ਲਾਹੌਰ ਨੂੰ ਲੈ ਕੇ ਚੱਲੇ ਸੀ। ਤੇ ਲੋਕ ਇੱਥੋਂ ਦੇ ਦਲੇਰ ਬੜੇ ਸੀ। ਪਟਨੇਰ ਦੇ ਪਰਗਣੇ 'ਚ ਪਿੰਡ ਪੈਂਦਾ ਸੀ ਇੱਕ ਮਾਛਲੀ। ਉਹਨਾਂ ਲੋਕਾਂ ਨੇ ਰਾਏ ਕੀਤੀ ਵੀ ਆਪਾਂ ਖਜ਼ਾਨਾ ਹੀ ਲੁੱਟ ਲਈਏ। ਉਹਨਾਂ ਨੇ ਸਾਰਾ ਸ਼ਾਹੀ ਖਜ਼ਾਨਾ ਲੁੱਟ ਲਿਆ। ਤੇ ਅਕਬਰ ਨੂੰ ਬੜਾ ਗੁੱਸਾ ਚੜ੍ਹਿਆ ਜਦੋਂ ਵੀ ਅਕਬਰ ਨੂੰ ਗੱਲ ਦਾ ਪਤਾ ਲੱਗਿਆ। ਫਿਰ ਉਹਨੇ ਕੀ ਕੀਤਾ, ਹਿਸਾਰ ਦੇ ਸੂਬੇਦਾਰ ਨੂੰ ਕਿਹਾ ਵੀ ਇਹਨਾਂ ਨੂੰ ਸਬਕ ਸਿਖਾਈਏ। ਫਿਰ ਉਹਨਾਂ ਨੇ ਚੜ੍ਹਾਈ ਕਰਤੀ ਇਸ ਕਿਲੇ ਤੇ ਫਿਰ ਅਕਬਰ ਦੇ ਕਬਜ਼ੇ 'ਚ ਚਲਿਆ ਗਿਆ। ਉਹਨਾਂ ਨੇ ਇੱਥੋਂ ਰਠੌਰਾਂ ਨੂੰ ਡੱਕਰਤਾ ਸੀ। ਫਿਰ ਨਾ ਥੋੜ੍ਹੇ ਟਾਈਮ ਬਾਅਦ ਹੀ ਕੀ ਹੋਇਆ ਕਿ ਰਾਜਾ ਠਾਕੁਰ ਸੀ ਦਾ ਮੁੰਡਾ, ਪਟਨੇਰਾਂ ਦਾ ਮੁੰਡਾ ਹੀ, ਅਕਬਰ ਦੇ ਸਿੱਧਾ ਦਰਬਾਰ 'ਚ ਹੀ ਉੱਠ ਗਿਆ। ਤੇ ਦਰਬਾਰ 'ਚ ਉੱਠ ਗਿਆ ਤੇ ਅਕਬਰ ਬੜਾ ਪ੍ਰਭਾਵਿਤ ਹੋਇਆ, ਯਾਰ ਵੀ ਬੰਦਾ ਬੜਾ ਦਲੇਰ ਆ, ਯਾਰ ਕਮਾਲ ਹੋ ਗਈ ਕਿ ਸਿੱਧਾ ਹੀ ਆ ਗਿਆ ਦੁਸ਼ਮਣ ਦੇ ਦਰਬਾਰ 'ਚ। ਤੇ ਉਹ ਇੰਨਾ ਉਹਦੀ ਵੀਰਤਾ ਤੋਂ ਪ੍ਰਭਾਵਿਤ ਹੋ ਗਿਆ ਕਿ ਉਹਨੇ ਉਹਨਾਂ ਨੂੰ ਕਿਲਾ ਹੀ ਵਾਪਸ ਕਰਤਾ ਸੀਗਾ। ਇਹ ਦਰਸ਼ਕੋ ਵੀ 1805 ਵਿੱਚ ਪਟਨੇਰ ਉੱਤੇ ਬੀਕਾਨੇਰ ਦੇ ਰਾਜਾ ਸੂਰਤ ਸਿੰਘ ਦਾ ਵੀ ਕਬਜ਼ਾ ਹੋ ਗਿਆ ਸੀ 1805 'ਚ। ਦੂਜੀ ਗੱਲ, ਇਹ ਘੇਰਾ ਤਕਰੀਬਨ 4-5 ਮਹੀਨੇ ਚੱਲਿਆ ਤੇ ਉਸ ਤੋਂ ਬਾਅਦ ਉਹਦਾ ਕਬਜ਼ਾ ਇਸ ਕਿਲੇ ਦੇ ਉੱਤੇ ਹੋ ਗਿਆ ਸੀ। ਇਹ ਕਬਜ਼ਾ ਮੰਗਲਵਾਰ ਨੂੰ ਹੋਇਆ ਸੀ ਤੇ ਮੰਗਲਵਾਰ ਤੁਹਾਨੂੰ ਪਤਾ ਹੀ ਆ ਵੀ ਹਨੂਮਾਨ ਜੀ ਦਾ ਦਿਨ ਹੁੰਦਾ, ਤੇ ਉਸੇ ਹਨੂਮਾਨ ਜੀ ਦੇ ਨਾਂ ਤੇ ਸ਼ਹਿਰ ਦਾ ਨਾਂ ਹਨੂਮਾਨਗੜ੍ਹ ਰੱਖਤਾ ਸੀਗਾ। ਤੇ ਆ ਮੈਂ ਡੰਡਾ ਜਿਹਾ ਤੁਹਾਡੇ ਹੱਥ ਤੁਹਾਨੂੰ ਹੋਊਗਾ ਵੀ ਇਹ ਕਿਉਂ ਫੜਿਆ ਵਾ, ਤੁਹਾਨੂੰ ਦੱਸਦਾ ਵੀ ਇੱਥੇ ਭਾਂਤ ਦੇ ਜਾਨਵਰ ਆ, ਸੱਪ ਸਰੂਪੀ ਬਹੁਤ ਜ਼ਿਆਦੇ ਆ। ਅਗਰ ਤੁਸੀਂ ਵੀ ਕਦੇ ਘੁੰਮਣ ਆਉਣਾ ਹੋਵੇ ਤਾਂ ਇਹ ਗੱਲ ਦੀ ਗੌਰ ਰੱਖਣੀ ਆ, ਬੂਟ ਤੁਹਾਡੇ ਚੰਗੇ ਪਾਏ ਹੋਣ, ਕਿਉਂਕਿ ਕੱਚ ਵੀ ਖਿਲ ਰਿਹਾ ਬਹੁਤ ਆ, ਕੰਡੇ ਵੀ ਬਹੁਤ ਖਤਰਨਾਕ ਆ। ਤੇ ਆ ਡੰਡਾ ਜਿਹਾ ਹੋਣਾ ਵੀ ਜ਼ਰੂਰੀ ਆ। ਅਸੀਂ ਟਰਾਈਪੋਡ ਵਰਤ ਲਿਆ, ਸਾਨੂੰ ਪਤਾ ਨਹੀਂ ਸੀ। ਦੂਜੀ ਗੱਲ ਦੱਸਦੇ ਆ ਵੀ ਬਹੁਤ ਇਤਿਹਾਸ ਇਹਦਾ ਤਕੜਾ ਵਾ। ਠੀਕ ਆ ਕਿ ਕਿਲਾ ਹੁਣ ਢਹਿ ਚੁੱਕਿਆ ਵਾ ਜੋ ਵੀ ਆ,
ਪਰ ਆਪਣੇ ਇਤਿਹਾਸ ਦਾ ਗਵਾਹ ਵਾ। ਭਾਵੇਂ ਇਹਦੀ ਆਖਰੀ ਅੱਟੀ ਹੀ ਕਿਉਂ ਨਾ ਰਹਿ ਜੇ, ਉਹ ਵੀ ਕਿਸੇ ਨਾ ਕਿਸੇ ਸਮੇਂ ਆਪ ਦਾ ਇਤਿਹਾਸ ਦੱਸੂਗੀ ਵੀ ਮੈਂ ਕਿੰਨਾ ਹੱਥਾਂ ਨਾਲ ਲੱਗੀ ਸੀ। ਕਿਉਂਕਿ ਬਹੁਤ ਸਾਰੇ ਪ੍ਰਮਾਣ ਮਿਲ ਜਾਂਦੇ ਜਦੋਂ ਆਰਕੀਓਲੋਜੀ ਡਿਪਾਰਟਮੈਂਟ 'ਚ ਜਾਂਦੇ ਚੈੱਕ ਕਰਾਉਂਦੇ ਆ ਤਾਂ ਪਤਾ ਲੱਗਦਾ ਵੀ ਬਹੁਤ ਪੁਰਾਣੀਆਂ ਚੀਜ਼ਾਂ ਨੇ। ਇਸੇ ਤਰੀਕੇ ਨਾਲ ਇੱਥੇ ਮੰਦਿਰ ਵੀ, ਹਨੂਮਾਨ ਦਾ ਮੰਦਿਰ ਵੀ ਬਣਿਆ ਹੋਇਆ ਵਾ। ਤੇ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਆਪਾਂ ਤੁਹਾਨੂੰ। ਸੋ ਮਿਹਰਬਾਨੀ, ਧੰਨਵਾਦ।